हाँ जी बेटा जी, ਹੁਣ ਅਗਲਾ ਲੈਕਚਰ ਹੈਗਾ ਜੇ ਇਹ ਜਿਹੜਾ ਸਾਡੇ ਚੈਪਟਰ ਨੰਬਰ 2 ਦਾ ਦੂਸਰਾ ਲੈਕਚਰ ਹੋਏਗਾ। ਇਹਦੇ ਵਿੱਚ ਆਪਾਂ ਕਰਾਂਗੇ ਡੈਜ਼ਰਟੀਫਿਕੇਸ਼ਨ। ਡੈਜ਼ਰਟ ਮਤਲਬ ਹੁੰਦਾ ਵਾ ਰੇਗਿਸਤਾਨ। ਦੇਖੋ ਰੇਗਿਸਤਾਨ ਉਹ ਜਗ੍ਹਾ ਹੁੰਦੀ ਜਿੱਥੇ ਪੇੜ ਪੌਦੇ ਨਹੀਂ ਹੁੰਦੇ, ਠੀਕ ਹੈ ਜੀ, ਕੋਈ ਜੀਵ ਜੰਤੂ ਵੀ ਘੱਟ ਹੁੰਦੇ ਨੇ, ਠੀਕ ਹੈ ਜੀ। ਅਤੇ ਹੁਣ ਠੀਕ ਹੈ, ਇੱਕ ਕੁਐਸਚਨ ਡੈਜ਼ਰਟੀਫਿਕੇਸ਼ਨ 'ਤੇ ਆਉਂਦਾ ਹੈ, ਇੱਕ ਕੁਐਸਚਨ ਡੀਫੋਰੈਸਟੇਸ਼ਨ 'ਤੇ ਆਉਂਦਾ ਜੀ। ਇਹ ਦੋਨੋਂ ਕੁਐਸਚਨ ਵੱਖੋ ਵੱਖਰੇ ਹੈ, ਧਿਆਨ ਨਾਲ ਵੇਖਣਾ। ਡਿਜ਼ਰਟੀਫਿਕੇਸ਼ਨ ਦੇ ਕੁਐਸਚਨ ਹੈ, ਡੀਫੋਰੈਸਟੇਸ਼ਨ ਦੇ ਕੁਐਸਚਨ ਹੈ। ਡੀਫੋਰੈਸਟੇਸ਼ਨ ਦੇ ਕਾਰਨ ਹੀ ਡਿਜ਼ਰਟੀਫਿਕੇਸ਼ਨ ਹੁੰਦਾ ਹੈ, ਠੀਕ ਹੈ ਜੀ। ਵੇਖੋ ਹੁਣ ਕਹਿੰਦਾ ਤੁਹਾਡਾ ਆਲਾ ਦੁਆਲਾ ਜਿਹੜੀ ਮਿੱਟੀ ਖਾਲੀ ਜ਼ਮੀਨ ਤਾਂ ਹੋਏਗੀ, ਬਟ ਉਹ ਡੈਜ਼ਰਟ ਨਹੀਂ ਹੈਗਾ, ਉਹ ਰੇਗਿਸਤਾਨ ਨਹੀਂ ਹੈਗਾ, ਉਹ ਧਰਤੀ ਉਪਜਾਊ ਹੈਗੀ ਹੈ। ਡੈਜ਼ਰਟ ਉਹ ਜਗ੍ਹਾ ਹੁੰਦੀ ਜਿੱਥੇ ਕਿ ਕੋਈ ਚੀਜ਼ ਜਿਹੜੀ ਜਗ੍ਹਾ ਉਪਜਾਊ ਨਾ, ਰੇਤੀਲੀ ਜਗ੍ਹਾ ਹੋ ਜਾਂਦੀ ਉੱਥੇ ਕੁਛ, ਠੀਕ ਹੈ, ਲੂਜ਼ ਜੀ ਸੈਂਡ ਹੁੰਦੀ ਹੈ, ਠੀਕ ਹੈ। ਅਤੇ ਇੱਦਾਂ ਡਿਜ਼ਰਟੀਫਿਕੇਸ਼ਨ ਕੀ ਹੁੰਦਾ ਹੈ, ਇਜ਼ ਲੋਸ ਆਫ ਸੋਇਲ ਇਨ ਡਰਾਈ ਲੈਂਡ ਰੀਜਨ ਆਫ ਦਾ ਵਰਲਡ। ਜਿੱਥੇ ਸੁੱਕਾ ਹੁੰਦਾ ਉੱਥੋਂ ਲੋਸ ਆਫ ਸੋਇਲ ਜਿਹੜੀ ਲੈਂਡ ਦੀ ਉੱਪਰਲੀ ਇੱਕ ਲੇਅਰ ਜੀ ਹੁੰਦੀ ਜਿਹਦੇ 'ਚ ਸਾਰੇ ਨਿਊਟਰੀਐਂਟ ਹੁੰਦੇ ਜਿਹੜੇ ਕਿ ਪਲਾਂਟ ਜਾਂ ਜੀਵ ਜੰਤੂਆਂ ਨੂੰ ਜੀਣ ਵਾਸਤੇ ਚਾਹੀਦੇ ਹੁੰਦੇ। ਜੇ ਉਹ ਸੋਇਲ ਹੀ ਖਤਮ ਹੋ ਜਾਏ ਤਾਂ ਉਹਦੇ ਨਾਲ ਕੀ ਹੋਏਗਾ, ਪੇੜ ਪੌਦੇ ਹੋਣ ਦੀ ਸੰਭਾਵਨਾ ਤਾਂ ਖਤਮ ਹੀ ਹੋ ਜਾਏਗੀ ਨਾ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਹੈ, ਡਿਜ਼ਰਟੀਫਿਕੇਸ਼ਨ ਦਾ ਕੀ ਹੁੰਦਾ ਹੈ, ਪ੍ਰੋਸੈਸ ਆਫ ਕਨਵਰਟਿੰਗ ਪ੍ਰੋਟੈਕਟਿਵ ਲੈਂਡ ਟੂ ਵੇਸਟ ਲੈਂਡ ਥਰੂ ਓਵਰਯੂਜ਼ ਐਂਡ ਮਿਸਮੈਨੇਜਮੈਂਟ। ਕੀ ਹੈ, ਜਿੱਥੇ ਕਦੀ ਜਿਹੜੀ ਉਪਜਾਊ ਧਰਤੀ ਸੀਗੀ ਉਹ ਧਰਤੀ ਵੀ ਕੀ ਹੋ ਜਾਂਦੀ ਹੈ, ਵੇਸਟ ਬਣ ਜਾਂਦੀ ਹੈ। ਕਿਉਂ? ਕਿਉਂਕਿ ਤੁਸੀਂ ਬੜਾ ਜ਼ਿਆਦਾ ਓਵਰਯੂਜ਼ ਕਰਦੇ ਹੋ ਉਸ ਜਗ੍ਹਾ ਨੂੰ, ਉਹ 'ਚ ਨਿਊਟਰੀਐਂਟ ਖਤਮ ਹੋ ਜਾਂਦੇ, ਸੋਇਲ ਦੀ ਕੁਆਲਿਟੀ ਮਾੜੀ ਹੁੰਦੀ ਅਤੇ ਸੋਇਲ ਦੇ ਪਾਰਟੀਕਲ ਆਪਣੇ ਆਪਸ 'ਚ ਘੱਟ ਪਕੜ ਰੱਖਦੇ। ਜਦੋਂ ਵਿੰਡ ਹਨੇਰੀ ਚੱਲਦੀ ਹੈ, ਮੀਂਹ ਆਉਂਦਾ ਹੈ, ਉਹਦੇ ਨਾਲ ਸੋਇਲ ਉੱਡ ਜਾਂਦੀ ਹੈ ਅਤੇ ਉਹ ਧਰਤੀ ਕੀ ਹੁੰਦੀ, ਵੇਸਟ ਹੋ ਜਾਂਦੀ। ਮੇਨ ਕਾਰਨ ਕੀ ਹੁੰਦਾ, ਓਵਰਯੂਜ਼ ਹੁੰਦਾ ਜਾਂ ਮਿਸਮੈਨੇਜਮੈਂਟ ਹੁੰਦਾ। ਆਲਸੋ ਸੋਇਲ ਇਰੋਜਨ ਬਾਈ ਐਕਸ਼ਨ ਆਫ ਵਿੰਡ ਐਂਡ ਵਾਟਰ, ਠੀਕ ਹੈ ਜੀ। ਸੋਇਲ ਇਰੋਜਨ ਹੁੰਦੀ ਹੈ ਅਤੇ ਵਿੰਡ ਕਿਹਦੇ ਨਾਲ, ਵਿੰਡ ਅਤੇ ਵਾਟਰ ਦੇ ਨਾਲ। ਰੀਜ਼ਨ ਫॉर ਡਿਜ਼ਰਟੀਫਿਕੇਸ਼ਨ, ਕੀ ਕਾਰਨ ਹੈਗੇ ਜਿਨ੍ਹਾਂ ਕਰਕੇ ਡਿਜ਼ਰਟੀਫਿਕੇਸ਼ਨ ਹੁੰਦਾ। ਸਭ ਤੋਂ ਪਹਿਲਾਂ ਓਵਰ ਯੂਜ਼ ਆਫ ਗਰਾਊਂਡ ਵਾਟਰ, ਜਾਂ ਧਰਤੀ ਥੱਲੇ ਪਾਣੀ ਹੈ, ਗਰਾਊਂਡ ਦੇ ਵਿੱਚ ਜਿਹੜਾ ਪਾਣੀ ਜਿਹੜਾ ਆਪਾਂ ਪੀਣ ਵਾਸਤੇ ਵਰਤਦੇ ਹਾਂ, ਠੀਕ ਹੈ ਜੀ। ਜਾਂ ਜਿਹੜੇ ਮੰਨ ਲਓ ਸਾਡੇ ਸ਼ਹਿਰਾਂ 'ਚ ਜਿਹੜੇ ਕਿਤੇ ਖੇਤੀ ਕਰਨੀ ਜਾਂ ਆਪਾਂ ਪੇੜ ਪੌਦੇ ਮਾੜੇ ਮੋਟੇ ਆਪਣੇ ਘਰ ਬਾਗ ਬੂਗ ਲਾਏ ਹੁੰਦੇ, ਉਹਨਾਂ ਵਿੱਚ ਜਿਹੜਾ ਪਾਣੀ ਜਿਹਨੂੰ ਆਪਾਂ ਧਰਤੀ 'ਚੋਂ ਕੱਢ ਕੇ ਪਾਉਂਦੇ ਹਾਂ, ਅਤੇ ਇਹਨਾਂ ਕੋਲ ਗਰਾਊਂਡ ਵਾਟਰ ਦੀ ਲੈਵਲ ਘੱਟਦਾ ਜਾਂਦਾ, ਅਤੇ ਉਹਦੇ ਨਾਲ ਕੀ ਹੋਏਗਾ, ਧਰਤੀ ਜਿਹੜੀ ਹੈ ਸੋਇਲ ਕੀ ਹੈ, ਸੋਇਲ ਦੀ ਕੁਆਲਿਟੀ ਮਾੜੀ ਹੁੰਦੀ ਜਾਏਗੀ, ਉਹ ਛੇਤੀ ਇਰੋਡ ਹੋ ਜਾਏਗੀ, ਖਤਮ ਹੋ ਜਾਏਗੀ। ਓਵਰ ਯੂਜ਼ ਆਫ ਗਰਾਊਂਡ ਵਾਟਰ, ਓਵਰ ਗਰੇਜ਼ਿੰਗ ਰਿਮੂਵ। ਹੁਣ ਜਿਹੜੇ ਹੁੰਦਾ, ਜੇ ਮੰਨ ਲਓ ਕੋਈ ਤਾਂ ਜਿੱਥੇ ਤੁਸੀਂ ਕਿਤੇ ਵੇਖਿਓ ਗਰੇਜ਼ਿੰਗ ਹੁੰਦਾ, ਜਿੱਥੇ ਜੀਵ ਜੰਤੂ ਜਿੱਥੇ ਗਾਵਾਂ ਮੱਝਾਂ ਚਰਾਈਆਂ ਜਾਂਦੀਆਂ ਨੇ, ਠੀਕ ਹੈ ਜੀ। ਚਰਾਣਾ, ਗਾਵਾਂ ਮੱਝਾਂ ਨੂੰ ਚਰਾਉਣਾ, ਗਾਵਾਂ ਮੱਝਾਂ ਹੀ ਕਰਦੀਆਂ, ਘਾਹ ਖਾ ਜਾਂਦੀਆਂ ਨੇ। ਘਾਹ ਦੀਆਂ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਮਿੱਟੀ ਨੂੰ ਫੜ ਕੇ ਰੱਖਦੀਆਂ ਨੇ। ਜੇ ਹਨੇਰੀ ਚੱਲੇ ਜਾਂ ਮੀਂਹ ਚੱਲੇ ਤਾਂ ਮਿੱਟੀ ਉਖੜਦੀ ਨਹੀਂ ਹੈਗੀ, ਉਹਨੂੰ ਫੜ ਕੇ। ਜੇ ਆਪਾਂ ਓਵਰ ਗਰੇਜ਼ਿੰਗ ਕਰ ਦਾਂਗੇ, ਇੱਕ ਪੈਲੀ ਦੀ ਆਪਾਂ ਜ਼ਿਆਦਾ ਉੱਥੇ ਜਾ ਕੇ ਜਾਨਵਰ ਚਰਾਉਣੇ ਸ਼ੁਰੂ ਕਰ ਦਾਂਗੇ, ਉਹਨਾਂ ਨਾਲ ਕੀ ਹੋਏਗਾ, ਘਾਹ ਘੂ ਖਤਮ ਹੋ ਜਾਏਗਾ। ਤਾਂ ਜਦੋਂ ਹਨੇਰੀ ਚੱਲੇਗੀ ਜਾਂ ਮੀਂਹ ਪਏਗਾ, ਉਹ ਪਾਣੀ ਦੇ ਨਾਲ ਸੋਇਲ ਰੁੜ ਕੇ ਚੱਲ ਜਾਏਗੀ, ਅਤੇ ਉਹ ਧਰਤੀ ਦੀ ਉਪਜਾਊ ਸ਼ਕਤੀ ਕੀ ਹੋ ਜਾਏਗੀ, ਖਤਮ ਹੋ ਜਾਏਗੀ। ਓਵਰ ਗਰੇਜ਼ਿੰਗ ਰਿਮੂਵਸ ਗ੍ਰਾਸ ਐਂਡ ਸਮੋਲ ਪਲਾਂਟਸ ਮੇਕਿੰਗ ਸੋਇਲ ਮੋਰ ਵਲਨਰੇਬਲ ਦਾ ਮਤਲਬ ਕੀ ਹੁੰਦਾ ਜੇ, ਹੋਰ ਉਹਨਾਂ ਦਾ ਮਤਲਬ ਕਿ ਹੋਰ ਜ਼ਿਆਦਾ ਕਿ ਐਕਸਪੋਜ਼ ਹੋ ਜਾਂਦੀਆਂ ਨੇ ਟੂ ਐਕਸ਼ਨ ਆਫ ਵਿੰਡ ਐਂਡ ਵਾਟਰ। ਰੋਂਗ ਐਗਰੀਕਲਚਰਲ ਪ੍ਰੈਕਟਿਸਿਸ, ਮਤਲਬ ਕਿ ਆਪਾਂ ਹੀ ਕਰਾਂਗੇ ਐਗਰੀਕਲਚਰ ਕਿੱਦਾਂ ਕਰਨਾ ਹੈ ਸਾਨੂੰ ਸਮਝ ਨਾ ਆਵੇ, ਉਸ ਤਰ੍ਹਾਂ ਕੀ ਹੋਏਗਾ, ਸੋਇਲ ਦੀ ਕੁਆਲਿਟੀ ਮਾੜੀ। ਕੀ ਕਰਾਂਗੇ ਆਪਾਂ, ਸੇਮ ਹੀ ਕ੍ਰੌਪ ਨੂੰ ਕਰਾਂਗੇ, ਗਰੋਇੰਗ ਸੇਮ ਕ੍ਰੌਪ ਐਵਰੀ ਸੀਜ਼ਨ ਡੈਮੇਜ ਸੋਇਲ। ਆਪਾਂ ਇੱਕੋ ਤਰ੍ਹਾਂ ਦੀ ਸੋਇਲ, ਇੱਕੋ ਤਰ੍ਹਾਂ ਦਾ ਜਿਹੜਾ ਕ੍ਰੌਪ ਹੈ ਹਰ ਸਾਲ ਉਹ ਸੋਇਲ ਧਰਤੀ 'ਚ ਬੀਜਦੇ ਰਹੀਏ। ਇਹਦੇ ਨਾਲ ਕੀ ਹੋਇਆ, ਸੋਇਲ ਵਿੱਚੋਂ ਇੱਕ ਤਰ੍ਹਾਂ ਦੀ ਜਿਹੜੀ ਕ੍ਰੌਪ ਖੇਤੀ ਹੁੰਦੀ ਹੈ, ਉਹਨੂੰ ਇੱਕ ਤਰ੍ਹਾਂ ਦਾ ਨਿਊਟਰੀਐਂਟ ਚਾਹੀਦਾ ਹੁੰਦਾ, ਉਸੇ ਤਰ੍ਹਾਂ ਦਾ ਨਿਊਟਰੀਐਂਟ ਕੀ ਹੋਏਗਾ, ਸੋਇਲ ਵਿੱਚੋਂ ਲਈ ਜਾਏਗੀ, ਅਤੇ ਹੌਲੀ ਹੌਲੀ ਸੋਇਲ ਕੀ ਹੋ ਜਾਏਗਾ, ਉਸ ਨਿਊਟਰੀਐਂਟ ਵਿੱਚ ਉਸ ਸੋਇਲ 'ਚੋਂ ਨਿਊਟਰੀਐਂਟ ਖਤਮ ਹੋ ਜਾਏਗਾ, ਅਤੇ ਫਿਰ ਉਸ ਧਰਤੀ ਉੱਤੇ ਆਪਾਂ ਦੁਬਾਰਾ ਉਹ ਕ੍ਰੌਪ ਨਹੀਂ ਲਾ ਹੋ ਸਕਦਾ, ਵੀ ਹੌਲੀ ਹੌਲੀ ਸੋਇਲ ਦੀ ਪੂਰੀ ਕੁਆਲਿਟੀ ਖਤਮ ਹੋ ਜਾਏ, ਠੀਕ ਹੈ ਜੀ। ਰਿਡਿਊਸਿਸ ਸੋਇਲ ਫਰਟੀਲਿਟੀ, ਸੋਇਲ ਦੀ ਉਪਜਾਊ ਸ਼ਕਤੀ ਕੀ ਹੁੰਦੀ, ਘਟਾ ਦਿੰਦੀ ਹੈ, ਠੀਕ ਹੈ ਜੀ। ਅਗਲਾ ਕਾਰਨ ਡੀਫੋਰੈਸਟੇਸ਼ਨ ਵੀ ਹੋ ਸਕਦਾ। ਡੀਫੋਰੈਸਟੇਸ਼ਨ ਕੀ ਕਹਿੰਦੇ, ਵੇਖੋ ਡੀਫੋਰੈਸਟੇਸ਼ਨ ਕੀ ਹੈ, ਜੰਗਲਾਂ ਦਾ ਕਟਾਵ। ਹੁਣ ਜਿੱਦਾਂ ਪਾਪੂਲੇਸ਼ਨ ਵੱਧਦੀ ਪਈ ਹੈ, ਅਰਬਨਾਈਜੇਸ਼ਨ ਹੁੰਦੀ ਪਈ, ਸ਼ਹਿਰ ਬਣਦੇ ਪਏ ਨੇ, ਜੰਗਲ ਖਤਮ ਹੁੰਦੇ ਜਾਂਦੇ ਨੇ। ਜੰਗਲ ਦੇ ਜਿਹੜੇ ਪੇੜ ਹੁੰਦੇ ਨੇ, ਉਹਨਾਂ ਦੇ ਜਿਹੜੀ ਜੜ੍ਹਾਂ ਹੁੰਦੀਆਂ, ਉਹ ਸੋਇਲ ਧਰਤੀ ਨੂੰ ਫੜ ਕੇ ਸੋਇਲ ਨੂੰ ਫੜ ਕੇ ਰੱਖਦੀਆਂ ਨੇ, ਅਤੇ ਜਦੋਂ ਜੰਗਲ ਹੀ ਨਹੀਂ ਰਹਿਣਗੇ ਅਤੇ ਉਹ ਫੜਨ ਵਾਲੀ ਚੀਜ਼ ਕੋਈ ਨਹੀਂ ਹੈਗੀ, ਅਤੇ ਸੋਇਲ ਨੂੰ ਛੇਤੀ ਕਿਤੇ ਉੱਡ ਜਾਏਗੀ ਮੀਂਹ ਅਤੇ ਪਾਣੀ ਦੇ ਨਾਲ। ਡਿਸਟਰਕਸ਼ਨ ਆਫ ਫੋਰੈਸਟ ਲੀਡਸ ਟੂ ਲੈਸਰ ਰੇਨਫਾਲ। ਹੋਰ ਕੀ ਹੁੰਦਾ, ਜੰਗਲ ਘਟਦੇ ਜਾਂਦੇ ਆ ਅਤੇ
ਤੇ ਬਰਸਾਤ ਵੀ ਘੱਟ ਹੁੰਦੀ ਹੈ ਤੇ ਹਾਈ ਟੈਂਪਰੇਚਰ ਹੁੰਦਾ। ਟਰੀਜ਼ ਹੋਲਡ ਸੋਇਲ ਪਾਰਟੀਕਲਸ ਟਾਈਟਲੀ, ਲੈਸ ਟਰੀਜ਼ ਮੋਰ ਸੋਇਲ ਇਰੋਜਨ, ਮੋਰ ਡਿਜ਼ਰਟੀਫਿਕੇਸ਼ਨ। ਜਿੰਨੇ ਪੇੜ ਘੱਟ ਹੋਣਗੇ ਉਹਨਾਂ ਸੋਇਲ ਨੂੰ ਘੱਟ ਫੜਨ ਵਾਲੀ ਚੀਜ਼ ਹੋਏਗੀ ਤੇ ਉਨੀ ਜ਼ਿਆਦਾ ਡਿਜ਼ਰਟੀਫਿਕੇਸ਼ਨ ਹੋਗੀ। ਸੁੱਖਾ ਪੈਣਾ, ਹੁਣ ਜੇ ਮੀਂਹ ਘੱਟ ਪਏਗਾ ਤਾਂ ਡਰੌਟ ਹੋਏਗਾ, ਸੁੱਖਾ ਪੈ ਜਾਏਗਾ, ਡਰੌਟ ਹੋ ਜਾਣਗੇ ਤੇ ਉਹਨਾਂ ਨਾਲ ਵੀ ਕੀ ਹੋਏਗਾ, ਸੋਇਲ ਦੀ ਫਰਟੀਲਿਟੀ ਖਤਮ ਹੁੰਦੀ ਜਾਏਗੀ, ਡੈਜ਼ਰਟ ਬਣ ਜਾਏਗਾ ਹੌਲੀ ਹੌਲੀ। ਮਾਈਨਿੰਗ, ਹੁਣ ਜਦੋਂ ਮਾਈਨਿੰਗ ਕਰਦੇ ਹੋ, ਖੁਦਾਈ ਕਰਦੇ ਹੋ, ਠੀਕ ਹੈ ਜੀ, ਮਾਈਨਿੰਗ ਕਰਦੇ ਹੋ, ਖੁਦਾਈ ਕਰਦੇ ਹੋ ਅਸੀਂ ਕਿਸੇ ਜ਼ਮੀਨ ਦੀ, ਉਹਨਾਂ ਨੂੰ ਕਹਿੰਦਾ ਧਰਤੀ ਦੇ ਜਿਹੜੇ ਪਾਰਟੀਕਲਸ ਹੁੰਦੇ, ਸੋਇਲ ਦੇ ਪਾਰਟੀਕਲਸ ਹੁੰਦੇ, ਉਹ ਆਪਸ 'ਚ ਲੂਜ਼ ਹੋ ਜਾਂਦੇ, ਉਹਨਾਂ ਦੀ ਪਕੜ ਘੱਟ ਜਾਂਦੀ ਅਤੇ ਉਹਨਾਂ ਛੇਤੀ ਕਿਤੇ ਇਰੋਡ ਹੋ ਜਾਂਦੇ। ਮਾਈਨਿੰਗ ਐਕਟੀਵਿਟੀਜ਼ ਡੀਗ੍ਰੇਡ ਸੋਇਲ ਪਾਰਟੀਕਲਸ ਆਰ ਲੂਜ਼ਨ ਐਂਡ ਗੈਟ ਈਜ਼ੀਲੀ ਇਰੋਡਿਡ। ਇੰਕਰੀਜ਼ਿੰਗ ਪਾਪੂਲੇਸ਼ਨ ਲੀਡ ਟੂ ਡੀਫੋਰਸਟੇਸ਼ਨ ਐਂਡ ਦਸ ਡਿਜ਼ਰਟੀਫਿਕੇਸ਼ਨ। ਪਾਪੂਲੇਸ਼ਨ ਵੱਧਦੀ ਜਾ ਰਹੀ ਹੈ, ਉਹਦੇ ਨਾਲ ਕੀ ਹੋਣ ਡਿਆ ਵਾ, ਡੀਫੋਰਸਟੇਸ਼ਨ ਹੁੰਦੀ ਹੈ, ਅਤੇ ਉਹਨਾਂ ਅਲਟੀਮੇਟਲੀ ਕੀ ਹੁੰਦਾ, ਡਿਜ਼ਰਟੀਫਿਕੇਸ਼ਨ ਹੋ ਜਾਂਦਾ। ਇੰਪੈਕਟ, ਹੁਣ ਡੀਫੋਰਸਟੇਸ਼ਨ ਦੇ ਕਾਰਨ ਪੜ੍ਹ ਲਏ ਆਪਾਂ, ਰੀਜ਼ਨ ਫॉर ਡਿਜ਼ਰਟੀਫਿਕੇਸ਼ਨ ਕਰ ਲਿਆ। ਹੁਣ ਆਪਾਂ ਅਗਲਾ ਟੌਪਿਕ ਕਰਾਂਗੇ, ਇੰਪੈਕਟ ਆਫ ਡਿਜ਼ਰਟੀਫਿਕੇਸ਼ਨ। ਡਿਜ਼ਰਟੀਫਿਕੇਸ਼ਨ ਦਾ ਅਸਰ ਕੀ ਹੈ। ਹੁਣ ਜਿੱਥੇ ਡਰਾਈ ਲੈਂਡ ਹੋਣਗੇ, ਉੱਥੇ ਵਾਟਰ ਦੀ ਕਮੀ ਹੋਏਗੀ, ਵਾਟਰ ਸਕੇਰਸਿਟੀ ਲਿਮਿਟਸ ਪ੍ਰੋਡਕਸ਼ਨ ਆਫ ਕ੍ਰੌਪਸ, ਵੁੱਡ ਐਂਡ ਅਦਰ ਸਰਵਿਸਿਜ਼ ਇਕੋਸਿਸਟਮ ਪ੍ਰੋਵਾਈਡ ਟੂ ਹਿਊਮਨ। ਜਿਹੜਾ ਆਪਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹੀ ਸਾਨੂੰ ਘੱਟ ਮਿਲਣਗੀਆਂ, ਹੌਲੀ ਹੌਲੀ ਸਾਡੀ ਰਹਿਣ ਸਹਿਣ 'ਤੇ ਵੀ ਅਸਰ ਪਏਗਾ। ਪੋਲੀਟੀਕਲ ਐਂਡ ਇਕਨੋਮਿਕ ਇੰਸਟੇਬਿਲਿਟੀ, ਹੁਣ ਜੇ ਮੰਨ ਲਓ ਇੱਕ ਥਾਂ 'ਤੇ ਡੈਜ਼ਰਟ ਬਣ ਗਿਆ, ਉੱਥੇ ਉਹਨਾਂ ਨੂੰ ਕ੍ਰੌਪ ਨਹੀਂ ਮਿਲਦੀ ਪਈ, ਸਾਨੂੰ ਖਾਣ ਪੀਣ ਨੂੰ ਨਹੀਂ ਮਿਲਦਾ ਪਿਆ, ਸਾਨੂੰ ਰਹਿਣ ਨੂੰ ਜਿਹੜੇ ਨਿਊਟਰੀਐਂਟ ਚਾਹੀਦੇ ਨੇ ਜਾਂ ਜਿਹੜੀ ਚੀਜ਼ਾਂ ਚਾਹੀਦੀਆਂ ਨਹੀਂ ਮਿਲਦੀਆਂ ਪਈਆਂ, ਤਾਂ ਅਸੀਂ ਕਰਾਂਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰਾਂਗੇ। ਇੱਥੇ ਕੀ ਹੋਏਗਾ, ਉਸ ਜਗ੍ਹਾ ਦੇ ਜਿਹੜੇ ਰਿਸੋਰਸ ਹੈਗੇ ਨੇ ਉਹਨਾਂ 'ਤੇ ਜ਼ਿਆਦਾ ਪ੍ਰੈਸ਼ਰ ਪਏਗਾ ਤਾਂ ਉੱਥੋਂ ਦੀ ਉਹ ਰਿਸੋਰਸ ਖਤਮ ਹੁੰਦੇ ਜਾਣਗੇ, ਅਲਟੀਮੇਟਲੀ ਉਹ ਵੀ ਡੈਜ਼ਰਟ ਬਣ ਜਾਏਗਾ। ਹਿਊਮਨ ਮਾਈਗ੍ਰੇਟ ਟੂ ਨਿਊ ਪਲੇਸਿਸ ਇਨ ਸਰਚ ਆਫ ਫੂਡ ਐਂਡ ਦਸ ਓਵਰ ਐਕਸਪਲੋਇਟ ਅਨਦਰ ਏਰੀਆ ਆਫ ਦ ਲੈਂਡ। ਠੀਕ ਹੈ ਜੀ, ਇਹ ਹੈਗੇ ਜੇ ਇੰਪੈਕਟ ਹੈਗੇ ਡਿਜ਼ਰਟੀਫਿਕੇਸ਼ਨ ਦੇ। ਹੁਣ ਆਪਾਂ ਅਗਲਾ ਕੁਐਸਚਨ ਜਿਹੜਾ ਸਾਨੂੰ ਪੁੱਛ ਲਾਂਗੇ, ਪ੍ਰੀਵੈਂਸ਼ਨ ਆਫ ਐਡਵਾਂਸਮੈਂਟ ਆਫ ਡੈਜ਼ਰਟਸ ਔਰ ਪ੍ਰੀਵੈਂਸ਼ਨ ਆਫ ਡਿਜ਼ਰਟੀਫਿਕੇਸ਼ਨ। ਹੁਣ ਆਪਾਂ ਡੈਜ਼ਰਟ ਨੂੰ ਬਣਨ ਤੋਂ ਰੋਕਣਾ ਹੈ ਜਾਂ ਡੈਜ਼ਰਟ ਦੇ ਵਧਾਵ ਨੂੰ ਰੋਕਣਾ ਹੈ, ਕਿੱਦਾਂ ਰੋਕ ਸਕਦੇ ਹਾਂ। ਇਰੀਗੇਸ਼ਨ ਇੰਪਰੂਵਮੈਂਟ, ਜਿਹੜੇ ਤਰੀਕੇ ਨਾਲ ਆਪਾਂ ਪੇੜ ਪੌਦੇ ਐਗਰੀਕਲਚਰ 'ਚ ਪਾਣੀ ਦਿੰਦੇ ਹਾਂ ਉਹਨਾਂ ਵਿੱਚ ਆਪਾਂ ਇੰਪਰੂਵ ਕਰਨਾ ਹੈ। ਮੈਥਡ ਵਿਚ ਕੈਨ ਰਿਡਿਊਸ ਵਾਟਰ ਲੋਸ ਬਾਈ ਵੈਪੋਰੇਸ਼ਨ ਐਂਡ ਪ੍ਰੀਵੈਂਟ ਸਾਲਟ ਐਕੂਮੂਲੇਸ਼ਨ। ਠੀਕ ਹੈ ਜੀ, ਇਹੋ ਜਿਹੇ ਤਰੀਕੇ ਵਰਤਣੇ ਆ ਜਿੰਨਾ ਕਿ ਸਾਡਾ ਜਿਹੜਾ ਆਪਾਂ ਇਰੀਗੇਸ਼ਨ ਪਾਣੀ ਦਿੰਦੇ ਹਾਂ ਐਗਰੀਕਲਚਰ ਲੈਂਡ ਨੂੰ, ਤਾਂ ਉਹ 'ਚ ਇਵੈਪੋਰੇਸ਼ਨ ਦੇ ਕਾਰਨ, ਵਾਸ਼ਪੀਕਰਨ ਕਾਰਨ ਪਾਣੀ ਦਾ ਲੋਸ ਘੱਟ ਹੋਵੇ ਅਤੇ ਜਦੋਂ ਸਾਲਟ ਵੀ ਇਕੱਠਾ ਹੁੰਦਾ ਜਾਂਦਾ ਧਰਤੀ 'ਚ, ਸਾਲਟ ਇਕੱਠਾ ਹੁੰਦਾ ਜਾਏਗਾ ਧਰਤੀ 'ਚ, ਅਤੇ ਹੌਲੀ ਹੌਲੀ ਧਰਤੀ ਦੇ ਵਿੱਚ ਜਿਹੜੇ ਚੰਗੇ ਬੈਕਟੀਰੀਆ ਖਤਮ ਹੋ ਜਾਣਗੇ ਤਾਂ ਸੋਇਲ ਦੀ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੋ ਜਾਏਗੀ। ਠੀਕ ਹੈ ਜੀ, ਅਤੇ ਆਪਾਂ ਸਾਲਟ ਨੂੰ ਇਕੱਠਾ ਹੋਣ ਤੋਂ ਵੀ ਰੋਕਣਾ ਹੈ ਅਤੇ ਵਾਟਰ ਲੋਸ ਬਾਈ ਵਾਸ਼ਪੀਕਰਨ ਕਰਕੇ ਜਿਹੜਾ ਵਾਟਰ ਲੋਸ ਹੁੰਦਾ ਉਹਨੂੰ ਵੀ ਘੱਟ ਕਰਨਾ ਹੈ। ਅਤੇ ਇਹਨੂੰ ਕਰਨਾ ਆਪਾਂ ਇਰੀਗੇਸ਼ਨ ਮੈਥਡ ਵਿੱਚ ਹੀ ਕੀ ਕਰੀਏ, ਚੇਂਜ ਲਿਆ ਦਈਏ। ਠੀਕ ਹੈ ਜੀ, ਪਲਾਂਟਿੰਗ ਮੋਰ ਟਰੀਜ਼ ਔਰ ਕਵਰ ਕ੍ਰੌਪਸ। ਆਪਾਂ ਜਿੰਨੇ ਜ਼ਿਆਦਾ ਪੇੜ ਪੌਦੇ ਗਾਵਾਂਗੇ ਉਹਨਾਂ ਦੀ ਜੜ੍ਹਾਂ ਕੀ ਹੋਣਗੀਆਂ, ਮਿੱਟੀ ਨੂੰ ਫੜ ਕੇ ਰੱਖਣਗੀਆਂ ਅਤੇ ਛੇਤੀ ਕਿਤੇ ਅਤੇ ਕੀ ਕਰਨਗੇ, ਸੋਇਲ ਉੱਡੇਗੀ ਨਹੀਂ। ਠੀਕ ਹੈ ਜੀ, ਗ੍ਰਾਸ ਐਂਡ ਟਰੀਜ਼ ਹੋਲਡ ਸੋਇਲ ਟਾਈਟਲੀ ਐਂਡ ਦਸ ਪ੍ਰੀਵੈਂਟ ਸੋਇਲ ਇਰੋਜਨ ਐਂਡ ਡਿਜ਼ਰਟੀਫਿਕੇਸ਼ਨ। ਕ੍ਰੌਪ ਰੋਟੇਸ਼ਨ, ਤੀਜਾ ਤਰੀਕਾ ਕ੍ਰੌਪ ਰੋਟੇਸ਼ਨ, ਮਤਲਬ ਇੱਕ ਸਾਲ ਜੇ ਆਪਾਂ ਕੋਈ ਕ੍ਰੌਪ ਲਾਈਏ ਅਗਲੇ ਸਾਲ ਆਪਾਂ ਦੂਸਰੀ ਕ੍ਰੌਪ ਲਾਈਏ। ਇੱਕ ਸਾਲ ਮੰਨ ਲਓ ਇੱਕ ਕ੍ਰੌਪ ਲਾਈ ਸੀ ਜਿਹੜਾ ਇੱਕ ਨਿਊਟਰੀਐਂਟ ਏ ਵਰਤਦੀ ਹੈ ਅਤੇ ਬੀ ਨਿਊਟਰੀਐਂਟ ਵਿੱਚ ਛੱਡਦੀ ਹੈ, ਅਤੇ ਦੂਜੇ ਸਾਲ ਆਪਾਂ ਇੱਦਾਂ ਦੀ, ਦੂਜੇ ਸੀਜ਼ਨ 'ਚ ਆਪਾਂ ਇੱਦਾਂ ਦੀ ਕ੍ਰੌਪ ਲਾਈਏ ਜਿਹੜਾ ਕਿ ਬੀ ਨਿਊਟਰੀਐਂਟ ਵਰਤੇ ਅਤੇ ਏ ਨਿਊਟਰੀਐਂਟ ਵਾਪਸ ਧਰਤੀ 'ਚ ਛੱਡ ਦੇ। ਯਾਨੀ ਕਿ ਇੱਦਾਂ ਕ੍ਰੌਪ ਰੋਟੇਟ, ਇੱਕ ਵਾਰੀ ਇੱਕ ਲਾਈਏ, ਦੂਜੀ ਵਾਰੀ ਦੂਜੀ ਕ੍ਰੌਪ ਲਾਈਏ, ਤਾਂ ਕਿ ਧਰਤੀ ਵਿੱਚ ਜਿਹੜੇ ਸੋਇਲ ਦੇ ਵਿੱਚ ਨਿਊਟਰੀਐਂਟ ਨੇ ਉਹ ਬਣੇ ਰਹਿਣ ਅਤੇ ਸੋਇਲ ਉਪਜਾਊ ਸ਼ਕਤੀ ਖਤਮ ਨਾ ਹੋਵੇ, ਵੇਸਟ ਲੈਂਡ ਕ੍ਰੀਏਟ ਨਾ ਹੋਵੇ। ਠੀਕ ਹੈ ਜੀ, growing alternate crops maintain soil nutrient and thus soil fertility and prevent desertification. Salt trap बनाना, salt trap ही करते हैं, ਧਰਤੀ ਵਿੱਚ ਸਾਲਟ ਨੂੰ ਇਕੱਠਾ ਹੋਣ ਤੋਂ ਰੋਕਦੇ ਆ। ਪ੍ਰੀਵੈਂਟ ਸਾਲਟ ਫਰੋਮ ਰੀਚਿੰਗ ਸਰਫੇਸ ਆਫ ਸੋਇਲ ਐਂਡ ਆਲਸੋ ਇਨਹਿਬਿਟ ਵਾਟਰ ਲੋਸ ਨੂੰ ਵੀ ਘਟਾਉਂਦੇ ਨੇ। ਸਾਲਟ ਟਰੈਪ ਹੁੰਦਾ ਕੀ ਹੈ, ਕ੍ਰੀਏਸ਼ਨ ਆਫ ਵਾਈਡ ਲੇਅਰ ਕਿੰਨੇ ਖਾਲੀ ਜਗ੍ਹਾਵਾਂ ਕਿਹਦੀਆਂ, ਗਰੇਵਲ ਦੀਆਂ, ਬਜਰੀ ਦੀਆਂ ਅਤੇ ਸੈਂਡ ਦੀਆਂ, ਐਟ ਸਰਟਨ ਡੈਪਥ ਇਨ ਦਾ ਸੋਇਲ। ਕੁਛ ਡੂੰਘਾਈ 'ਤੇ ਜਾ ਕੇ ਤੱਕ ਆਪਾਂ ਗਰੇਵਲ 'ਤੇ ਉਹ ਪਾ ਦਿੰਦੇ ਹਾਂ, ਸੈਂਡ ਪਾ ਦਿੰਦੇ ਹਾਂ, ਤਾਂ ਕਿ ਉਹਦੇ ਵਿੱਚੋਂ
ਤੁਹਾਡਾ ਥੱਲੇ ਜਿਹੜੀ ਮਿੱਟੀ ਆ ਉਹਦੇ ਉੱਤੇ ਵਿੰਡ ਵਗੈਰਾ ਜਲਦੀ ਸਿੱਧੀ ਨਾ ਆਵੇ ਤੇ ਸਾਲਟ ਵਗੈਰਾ ਉੱਤੇ ਇਕੱਠੇ ਹੋ ਜਾਣ, ਸੋਇਲ ਦੇ ਵਿੱਚ ਨਾ ਘੁਸਣ। ਠੀਕ ਹੈ ਜੀ, ਇਹ ਤਰੀਕਾ ਹੋ ਸਕਦਾ ਹੈ ਤੁਹਾਡਾ ਡਿਜ਼ਰਟੀਫਿਕੇਸ਼ਨ ਨੂੰ ਰੋਕਣ ਦਾ। ਠੀਕ ਹੈ ਬੇਟਾ ਜੀ, ਇਹ ਕੁਐਸਚਨ ਡਿਜ਼ਰਟੀਫਿਕੇਸ਼ਨ ਦਾ ਖਤਮ ਹੋ ਗਿਆ। ਹੁਣ ਅਗਲਾ ਕੁਐਸਚਨ ਤੁਹਾਨੂੰ ਆਏਗਾ ਬੇਟਾ ਜੀ ਗਰਾਊਂਡ ਵਾਟਰ ਡਿਪਲੀਸ਼ਨ। ਗਰਾਊਂਡ ਧਰਤੀ ਥੱਲੇ ਹੇਠਲਾ ਜਿਹੜਾ ਪਾਣੀ ਜਿਹੜਾ ਆਪਾਂ ਪੀਣ ਵਾਸਤੇ ਵਰਤਦੇ ਹਾਂ ਜਾਂ ਸ਼ਹਿਰਾਂ ਵਿੱਚ ਖੇਤੀ ਕਰਨ ਵਾਸਤੇ ਵਰਤਦੇ ਹਾਂ ਉਹਨੂੰ ਕਹਿੰਦੇ ਆ ਗਰਾਊਂਡ ਵਾਟਰ। ਗਰਾਊਂਡ ਵਾਟਰ ਇਜ਼ ਮੇਜਰ ਸੋਰਸ ਆਫ ਡਰਿੰਕਿੰਗ ਵਾਟਰ ਆਫ ਹਿਊਮਨਸ, ਆਲਸੋ ਇੰਪੋਰਟੈਂਟ ਸੋਰਸ ਫॉर ਇਰੀਗੇਸ਼ਨ ਇਨ ਐਗਰੀਕਲਚਰ ਐਂਡ ਇੰਡਸਟਰੀਅਲ ਸੈਕਟਰ। ਇੰਡਸਟਰੀ ਵਿੱਚ ਵੀ ਜਿਹੜਾ ਪਾਣੀ ਵਰਤਦੇ ਆਪਾਂ ਆਪਣੇ ਸ਼ਹਿਰਾਂ ਵਿੱਚ ਉਹ ਵੀ ਗਰਾਊਂਡ ਵਾਟਰ ਹੁੰਦਾ। ਇਨ ਏਰੀਆਜ਼ ਵੇਅਰ ਦੇਰ ਆਰ ਨੋ ਲੇਕਸ ਔਰ ਰਿਵਰਸ, ਸਾਡੇ ਕਿਹੜੇ ਆਲੇ ਦੁਆਲੇ ਨਦੀਆਂ ਹੈਗੀਆਂ। ਠੀਕ ਹੈ ਨਾ, ਆਪਾਂ ਧਰਤੀ ਹੇਠਲਾ ਪਾਣੀ ਵਰਤਦੇ ਹਾਂ ਇੰਡਸਟਰੀਆਂ 'ਚ ਵੀ ਅਤੇ ਐਗਰੀਕਲਚਰ 'ਚ ਵੀ। ਇੰਕਰੀਜ਼ ਇਨ ਪਾਪੂਲੇਸ਼ਨ, ਕਿਉਂਕਿ ਆਬਾਦੀ ਵੱਧਦੀ ਜਾ ਰਹੀ ਹੈ ਐਂਡ ਇੰਡਸਟਰੀਆਂ ਵੱਧਦੀਆਂ ਜਾਂਦੀਆਂ, ਲੀਡਸ ਟੂ ਇੰਕਰੀਜ਼ ਯੂਜ਼ ਆਫ ਗਰਾਊਂਡ ਵਾਟਰ ਐਂਡ ਦਸ ਕਾਜ਼ ਇਟਸ ਡਿਪਲੀਸ਼ਨ ਇਨ ਮੈਨੀ ਪਾਰਟਸ ਆਫ ਦ ਵਰਲਡ। ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ ਅਤੇ ਇੰਡਸਟਰੀਆਂ ਵੱਧ ਰਹੀਆਂ ਨੇ, ਇਹਦੇ ਨਾਲ ਕਿ ਪਾਣੀ ਦੀ ਵਰਤੋਂ ਵਧੀ ਜਾ ਰਹੀ ਹੈ ਅਤੇ ਥੱਲੇ ਗਰਾਊਂਡ ਧਰਤੀ ਹੇਠਲਾ ਪਾਣੀ ਜਿਹੜਾ ਉਹ ਖਤਮ ਹੁੰਦਾ, ਡਿਪਲੀਟ ਹੁੰਦਾ ਜਾ ਰਿਹਾ, ਘਟਦਾ ਜਾ ਰਿਹਾ, ਕਈ ਜਗ੍ਹਾ 'ਤੇ ਖਤਮ ਹੀ ਹੋ ਗਿਆ। ਆਲਸੋ ਪੋਲਿਊਸ਼ਨ ਕਰਕੇ ਕੀ ਹੋਏਗਾ, ਪੋਲਿਊਸ਼ਨ ਕਰਕੇ ਕੀ ਹੋਏਗਾ, ਗਰਾਊਂਡ ਵਾਟਰ ਵਿੱਚ ਜਿਹੜੇ ਪੋਲਿਊਟਰ ਵਰਗੇ ਉਹ ਜਿਹੜਾ ਗਰਾਊਂਡ ਵਾਟਰ ਹੈ ਵਰਤੋਂ ਵਾਸਤੇ ਚੰਗਾ ਨਹੀਂ ਹੁੰਦਾ। ਠੀਕ ਹੈ, ਗਰਾਊਂਡ ਵਾਟਰ ਨੂੰ ਵਾਪਸ ਭਰਨ ਦਾ ਤਰੀਕਾ ਇੱਕੋ ਹੀ ਹੈਗਾ ਜੇ ਰੇਨ ਵਾਟਰ। ਗਰਾਊਂਡ ਵਾਟਰ ਇਜ਼ ਰੀਪਲੈਨਿਸ਼ਡ ਬਾਈ ਰੇਨ ਵਾਟਰ ਵਿਚ ਸੀਪਸ ਥਰੂ ਸਰਫੇਸ ਆਫ ਦ ਲੈਂਡ, ਜਿਹੜਾ ਧਰਤੀ ਉੱਤੋਂ ਹੌਲੀ ਰਿਸ ਕੇ ਥੱਲੇ ਚਲਾ ਜਾਂਦਾ ਹੈ। ਠੀਕ ਹੈ ਜੀ, ਠੀਕ ਹੈ। ਹੁਣ ਪਰ ਕੀ ਹੁੰਦਾ ਹੈ, ਹੁਣ ਰੇਨਫਾਲ ਘਟਦੀ ਜਾ ਰਹੀ ਹੈ ਐਂਡ ਇੰਕਰੀਜ਼ ਯੂਜ਼ਰਸ ਐਂਡ ਪੋਲਿਊਸ਼ਨ ਕਾਜ਼ ਗਰਾਊਂਡ ਵਾਟਰ ਡਿਪਲੀਸ਼ਨ। ਮੀਂਹ ਘਟਦੇ ਜਾ ਰਹੇ ਆ ਪਰ ਵਰਤੋਂ ਤਾਂ ਉਨੀ ਹੈ ਨਾ, ਵਰਤੋਂ ਵੱਧਦੀ ਜਾ ਰਹੀ ਹੈ। ਇਸ ਤਰ੍ਹਾਂ ਕਰਕੇ ਹੁੰਦੇ ਆ ਗਰਾਊਂਡ ਵਾਟਰ ਕੀ ਹੁੰਦੇ ਆ, ਡਿਪਲੀਟ ਹੁੰਦੇ ਆ, ਘਟਦਾ ਜਾ ਰਿਹਾ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਕਾਰਨ ਕੀ ਹੈ, ਕਾਜ਼ਿਸ ਆਫ ਗਰਾਊਂਡ ਵਾਟਰ ਡਿਪਲੀਸ਼ਨ। ਲੈਕ ਆਫ ਅਟੈਂਸ਼ਨ ਟੂਵਰਡਸ ਵਾਟਰ ਕੰਜ਼ਰ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੈਗਾ, ਲੋਕ ਸੋਚਦੇ ਪਾਣੀ ਮੁੱਕਣਾ ਹੀ ਨਹੀਂ ਗਾ। ਪਹਿਲੇ ਵਾਟਰ ਨੂੰ ਰੀਨਿਊਏਬਲ ਸੋਰਸ ਗਿਣਿਆ ਜਾਂਦਾ ਸੀ, ਹੁਣ ਅਕਲ ਆਈ ਹੈ ਕਿ ਨਹੀਂ ਜੀ ਹੁਣ ਵਾਟਰ ਵੀ ਹੈ ਖਤਮ, ਪੀਣ ਵਾਲਾ ਪਾਣੀ ਜਿਹੜਾ ਵਾਟਰ ਤਾਂ ਬੜਾ ਹੈ, ਸਮੁੰਦਰ ਦਾ ਪਾਣੀ ਆਪਾਂ ਨਹੀਂ ਵਰਤਦੇ। ਠੀਕ ਹੈ ਨਾ, ਬਟ ਜਿਹੜਾ ਵਰਤੋਂ ਵਿੱਚ ਜਾਣ ਵਾਲਾ ਪਾਣੀ ਹੈ ਉਹ ਘੱਟ ਹੈਗਾ। ਲੈਕ ਆਫ ਅਟੈਂਸ਼ਨ ਟੂਵਰਡਸ ਵਾਟਰ ਕੰਜ਼ਰਵੇਸ਼ਨ, ਐਫੀਸ਼ੀਐਂਸੀ ਇਨ ਵਾਟਰ ਯੂਜ਼ ਰੀਸਾਈਕਲ। ਠੀਕ ਹੈ ਜੀ, ਵਾਟਰ ਨੂੰ ਰੀਸਾਈਕਲ ਕਰਕੇ ਵਰਤਣ ਦੇ ਵਿੱਚ ਵੀ ਘੱਟ ਇੰਨਾ ਜ਼ਿਆਦਾ ਧਿਆਨ ਨਹੀਂ ਕੀਤਾ। ਆਪਣੇ ਘਰਾਂ 'ਚ ਹੀ ਦੇਖ ਲਓ, ਤੁਸੀਂ ਟੂਥਬਰਸ਼ ਕਰ ਰਹੇ ਹੁੰਦੇ ਹੋ ਜਾਂ ਕੀ ਕਰ ਰਹੇ ਹੋ, ਨਹਾ ਰਹੇ ਹੁੰਦੇ ਹੋ ਅਤੇ ਬਾਲਟੀ ਭਰਦੇ ਹੋ ਅਤੇ ਬਾਲਟੀ ਭਰ ਜਾਂਦੀ, ਟੂਟੀ ਖੁੱਲ੍ਹੀ ਛੱਡ ਦਿਓ, ਪਾਣੀ ਖਤਮ ਹੋਈ ਜਾ ਵਗੀ ਜਾਂਦਾ ਨਾਲੀ 'ਚ, ਜਿਹੜਾ ਨਾਲੀ ਚੱਲ ਗਿਆ ਉਹ ਨਹੀਂ ਵਰਤਿਆ ਜਾਂਦਾ ਬਾਅਦ 'ਚ ਦੁਬਾਰਾ ਪਾਣੀ। ਠੀਕ ਹੈ ਜੀ, ਇਸ ਕਰਕੇ ਲੋਕਾਂ ਨੂੰ ਨੌਲੇਜ ਹੀ ਨਹੀਂ ਕਿ ਪਾਣੀ ਨੂੰ ਕੰਜ਼ਰਵ, ਲੋਕਾਂ ਨੂੰ ਲੱਗਦਾ ਪਾਣੀ ਕਦੇ ਖਤਮ ਹੀ ਨਹੀਂ ਹੋਣਾ। ਇੰਕਰੀਜ਼ ਯੂਜ਼ ਆਫ ਬੋਰਵੈਲ, ਤੁਸੀਂ ਕੀ ਕਰ ਰਹੇ ਹੋ, ਪੰਪਿੰਗ ਕਰ ਰਹੇ ਹੋ, ਥਾਂ ਪੰਪ ਲਾ ਰਹੇ ਹੋ, ਤੁਹਾਡੇ ਘਰ ਬੋਰ ਹੁੰਦੇ ਥੱਲੇ ਡੀਪ। ਪਹਿਲੇ ਦੇਖੋ ਤੁਸੀਂ ਪਹਿਲੇ 100 ਫੁੱਟ 'ਤੇ ਬੋਰ ਕਰਦੇ ਸੀ ਤਾਂ ਪਾਣੀ ਆਇਆ, ਹੁਣ 100 ਕੋਈ 300 ਫੁੱਟ 'ਤੇ ਬੋਰ ਕਰਦੇ ਫਿਰ ਪਾਣੀ ਲਿਆਉਂਦੇ ਨੇ। ਠੀਕ ਹੈ ਨਾ, ਸਮਝ ਲੋਕਾਂ ਨੂੰ ਫੇਰ ਨਹੀਂ ਆ ਰਹੀ। ਅਤੇ ਪੋਲਿਊਟੈਂਟ ਜਿਹੜੇ ਹੈਗੇ ਨੇ, ਜਿਹੜੇ ਆਪਾਂ ਮੰਨ ਲਓ ਕੋਈ ਕੈਮੀਕਲ ਸੁੱਟ ਦਿੰਦੇ ਹਾਂ ਧਰਤੀ ਉੱਤੇ, ਉਹ ਹੌਲੀ ਹੌਲੀ ਕਰਦਾ ਆ ਲੀਚ ਹੁੰਦਾ, ਲੀਚ ਮਤਲਬ ਥੱਲੇ ਘੁਸਦਾ ਜਾਂਦਾ ਹੈ ਅਤੇ ਅਲਟੀਮੇਟਲੀ ਗਰਾਊਂਡ ਵਾਟਰ ਜਿਹੜਾ ਪੋਲਿਊਟਸ ਗਰਾਊਂਡ ਵਾਟਰ ਐਂਡ ਮੇਕਸ ਇਟ ਅਨਫਿਟ ਫॉर ਯੂਜ਼ ਹੌਲੀ, ਫਿਰ ਉਹ ਗਰਾਊਂਡ ਵਾਟਰ ਵਰਤੋਂ ਵਿੱਚ ਲਿਆਉਣ ਵਾਲਾ ਨਹੀਂ ਰਹਿੰਦਾ। ਠੀਕ ਹੈ, ਡੀਫੋਰੈਸਟੇਸ਼ਨ ਕਰਕੇ ਕੀ ਹੁੰਦਾ ਹੈ, ਰੇਨਫਾਲ ਘਟਦੀ ਜਾ ਰਹੀ ਹੈ ਵਿਚ ਕਾਜ਼ਿਸ ਗਰਾਊਂਡ ਵਾਟਰ ਡਿਪਲੀਸ਼ਨ। ਕਿਉਂਕਿ ਗਰਾਊਂਡ ਵਾਟਰ ਨੂੰ ਭਰਨ ਦਾ ਇੱਕੋ ਤਰੀਕਾ ਸੀਗਾ, ਸੀਗਾ ਉਹਦੇ ਨਾਲ ਕੀ ਕੀਤਾ ਜਾਵੇ ਕਿ ਆਪਾਂ ਜ਼ਿਆਦਾ ਰੇਨ ਹੋਏਗੀ, ਜ਼ਿਆਦਾ ਗਰਾਊਂਡ ਵਾਟਰ ਹੋਏਗਾ। ਇਫੈਕਟ ਆਫ, ਹੁਣ ਅਗਲਾ ਕੀ ਗਾ, ਗਰਾਊਂਡ ਵਾਟਰ ਦੇ ਡਿਪਲੀਸ਼ਨ ਦਾ ਇਫੈਕਟ ਕੀ ਹੋਏਗਾ, ਇਹਦੇ ਨਾਲ ਕੀ ਹੋਏਗਾ, ਲੋਅਰਿੰਗ ਆਫ ਵਾਟਰ ਟੇਬਲ ਘਟਦਾ ਜਾ ਰਿਹਾ। ਇਨ ਆਰਡਰ ਟੂ ਗੈਟ ਵਾਟਰ ਅ ਬੋਰਵੈਲ ਹੈਜ਼ ਟੂ ਬੀ ਡਿਗ ਐਟ ਹਿਊਜ ਡੈਪਥ ਡਿਊ ਟੂ ਲੋਅਰਿੰਗ ਵਾਟਰ ਟੇਬਲ ਦਿਸ ਇੰਕਰੀਜ਼ ਕੋਸਟ ਆਫ ਯੂਜ਼ਰ। ਹੁਣ ਇਹਦਾ ਕੀ ਹੋਏਗਾ, ਪਹਿਲੇ ਪਾਣੀ ਤੁਹਾਨੂੰ ਉੱਪਰ 100 ਫੁੱਟ 'ਤੇ ਮਿਲ ਜਾਂਦਾ, 300 ਫੁੱਟ 'ਤੇ ਮਿਲਦਾ, ਤੁਹਾਨੂੰ ਹੁਣ ਜਿੰਨਾ ਡੂੰਘਾ ਬੋਰ ਕਰਨਾ ਉਨੇ ਪੈਸੇ ਜਾਣ ਲੱਗਦੇ ਆ। ਠੀਕ ਹੈ ਜੀ, ਤੁਹਾਡੀ ਕੋਸਟ ਵੀ ਵੱਧਦੀ। ਰਿਡਕਸ਼ਨ ਇਨ ਵਾਟਰ ਇਨ ਲੇਕਸ ਐਂਡ ਰਿਵਰਸ। ਹੁਣ ਵੇਖੋ ਜੇ ਨਦੀਆਂ ਹੁੰਦੀਆਂ ਉਹਨਾਂ 'ਚ ਵੀ ਪਾਣੀ ਗਰਾਊਂਡ ਵਾਟਰ ਦੇ ਥਰੂ ਹੀ ਥੋੜ੍ਹਾ ਬਹੁਤਾ ਪਾਣੀ ਰਿਸ ਕੇ ਉਹਨਾਂ 'ਚ ਵੀ ਚੱਲ ਜਾਂਦਾ ਵਾ, ਅਤੇ ਇਸ ਕਰਕੇ ਹੌਲੀ ਹੌਲੀ ਉਹ ਵੀ ਨਦੀਆਂ ਵੀ ਕੀ ਹੁੰਦੀਆਂ ਸੁੱਕਦੀਆਂ ਜਾਂਦੀਆਂ ਪਈਆਂ। ਗਰਾਊਂਡ ਵਾਟਰ ਐਡਸ ਟੂ ਵਾਟਰ ਇਨ ਲੇਕਸ ਐਂਡ ਰਿਵਰ, ਦਸ ਡਿਕਰੀਜ਼ ਇਨ ਗਰਾਊਂਡ ਵਾਟਰ ਡਿਕਰੀਜ਼ ਵਾਟਰ ਇਨ ਲੇਕਸ ਐਂਡ ਰਿਵਰਸ। ਡਿਕਰੀਜ਼ ਸੋਇਲ ਕੁਆਲਿਟੀ ਐਂਡ ਸੋਇਲ ਫਰਟੀਲਿਟੀ। ਹੁਣ ਜੇ ਪਾਣੀ ਨਹੀਂ ਹੋਏਗਾ ਥੱਲੇ ਧਰਤੀ ਦੇ ਤਾਂ ਉਸ ਧਰਤੀ ਦੀ ਉਪਜਾਊ ਸ਼ਕਤੀ ਕੀ ਹੋਏਗੀ, ਘਟ ਜਾਏਗੀ। ਡਿਕਰੀਜ਼ ਆਫ ਵਾਟਰ ਕੁਆਲਿਟੀ, ਹੁਣ ਕੀ, ਹੁਣ ਜੇ ਆਪਾਂ ਪੋਲਿਊਸ਼ਨ ਕਰਾਂਗੇ ਉਹਨਾਂ ਨਾਲ ਕੀ ਹੋਏਗਾ, ਜਿਹੜਾ ਗਰਾਊਂਡ ਵਾਟਰ ਕੀ ਹੋਏਗਾ, ਅਨਫਿਟ ਹੋ ਜਾਏਗਾ, ਉਹਦੀ ਵਾਟਰ ਕੁਆਲਿਟੀ ਮਾੜੀ ਹੋ ਜਾਏਗੀ। ਜ਼ਿਆਦਾ ਪੰਪਿੰਗ ਕਰਨ ਨਾਲ ਕੀ ਹੋਏਗਾ, ਅਤੇ ਪੰਪਿੰਗ ਕਰਨ ਨਾਲ ਕੀ ਹੋਏਗਾ, ਜਿਹੜੇ ਧਰਤੀ ਦੇ ਵਿੱਚ ਜਿਹੜੇ ਥੱਲੇ ਧਰਤੀ ਦੀ ਸਤ੍ਹਾ ਵਿੱਚ ਜਿਹੜੇ ਸਾਲਟ ਉਹ ਵੀ ਪਾਣੀ ਦੇ ਨਾਲ ਘੁਲ ਕੇ ਆਉਣਗੇ, ਜਿਹੜੇ ਸਾਡੇ ਬਸ ਸਾਨੂੰ ਚਾਹੀਦੇ ਨਹੀਂ ਹੋਣਗੇ, ਗਾਰਾ ਗੁਰਾ ਵੀ ਘੁਲ ਕੇ ਆਉਣਾ ਸ਼ੁਰੂ ਹੋਏਗਾ। ਇਸ ਕਰਕੇ ਇਹ ਦੋਨੋਂ ਹੀ ਐਕਟੀਵਿਟੀਆਂ ਨਾਲ ਕੀ ਹੁੰਦਾ ਹੈ, ਵਾਟਰ ਕੁਆਲਿਟੀ ਵੀ ਕੀ ਹੁੰਦੀ ਹੈ, ਡਿਕਰੀਜ਼ ਹੋਤੀ ਹੈ। ਠੀਕ ਹੈ ਜੀ,
ਹੁਣ ਵੇਖੋ, ਹੁਣ ਅਗਲਾ ਕੀ ਹੈਗਾ ਕਿ ਆਪਾਂ ਵਾਟਰ ਟੇਬਲ ਨੂੰ ਪ੍ਰੀਜ਼ਰਵ ਕਰਨਾ ਹੈ। ਪ੍ਰੀਜ਼ਰਵੇਸ਼ਨ ਆਫ ਲੋਅਰਿੰਗ ਆਫ ਵਾਟਰ ਟੇਬਲ ਕੀ ਕਰੀਏ? ਸਭ ਤੋਂ ਪਹਿਲਾਂ ਕੰਜ਼ਰਵੇਸ਼ਨ ਐਂਡ ਪ੍ਰੋਪਰ ਲੈਂਡ ਮੈਨੇਜਮੈਂਟ ਹੈਲਪ ਪ੍ਰੀਵੈਂਟਿੰਗ ਲੋਅਰਿੰਗ ਆਫ ਵਾਟਰ ਟੇਬਲ। ਆਪਾਂ ਚੰਗੀ ਤਰੀਕੇ ਲੈਂਡ ਦੀ ਮੈਨੇਜਮੈਂਟ ਕਰੀਏ, ਬਹੁਤੇ ਜ਼ਿਆਦਾ ਪੰਪ ਨਾ ਲਾਈਏ, ਠੀਕ ਹੈ ਜੀ। ਦਸ ਵਾਟਰ ਹੈਜ਼ ਮੋਰ ਟਾਈਮ ਟੂ ਰੀਪਲੈਨਿਸ਼। ਇਹ ਨਾਲ ਕੀ ਹੋਏਗਾ ਕਿ ਆਪਾਂ ਕਰੋਪ ਨੂੰ ਘੱਟ ਤੋਂ ਘੱਟ ਲਾਈਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਉਹਦੇ ਵਿੱਚ ਸਮੋ ਜਾਏ, ਫਿਰ ਬਾਅਦ 'ਚ ਆਪਾਂ ਕਰੋਪ ਉੱਥੇ ਉਗਾਈਏ, ਠੀਕ ਹੈ ਜੀ। ਕੰਜ਼ਰਵੇਸ਼ਨ ਪ੍ਰੋਪਰ ਲੈਂਡ ਮੈਨੇਜਮੈਂਟ ਹੈਲਪ ਪ੍ਰੀਵੈਂਟਿੰਗ ਲੋਅਰਿੰਗ ਆਫ ਵਾਟਰ ਟੇਬਲ। ਦਸ ਵਾਟਰ ਹੈਜ਼ ਮੋਰ ਟਾਈਮ ਟੂ ਰੀਪਲੈਨਿਸ਼। ਦੁਬਾਰਾ ਵਾਟਰ ਫਿਲ ਹੋ ਜਾਏ। ਤੇ ਬੰਦਿਆਂ ਨੂੰ ਜਾਣਕਾਰੀ ਦੀ ਹੈ ਟੂ ਯੂਜ਼ ਗਰਾਊਂਡ ਵਾਟਰ ਐਫੀਸ਼ੀਐਂਟਲੀ, ਠੀਕ ਹੈ ਜੀ। ਹੋਰ ਕੀ ਤਰੀਕਾ? ਰੇਨ ਵਾਟਰ ਹਾਰਵੈਸਟਿੰਗ। ਰੇਨ ਵਾਟਰ ਵੇਖੋ, ਜਿਹੜਾ ਮੀਂਹ ਦਾ ਪਾਣੀ ਇਕੱਠਾ, ਕਿਉਂਕਿ ਅਲਟੀਮੇਟਲੀ ਰੇਨ ਦਾ ਹੀ ਪਾਣੀ ਹੈ ਜਿਹੜਾ ਮੀਂਹ ਦਾ ਹੀ ਪਾਣੀ ਜਿਹੜਾ ਗਰਾਊਂਡ ਵਾਟਰ ਨੂੰ ਟੇਬਲ ਨੂੰ ਸਹੀ ਕਰਦਾ ਹੈ। ਤੇ ਜੇ ਆਪਾਂ ਮੰਨ ਲਓ ਸਾਡੇ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਕੋਈ ਰੇਨ ਵਾਟਰ ਤੁਸੀਂ ਹਾਰਵੈਸਟਿੰਗ ਛੋਟੀ ਕਰ ਸਕਦੇ, ਪਾਣੀ ਨੂੰ ਇਕੱਠਾ ਕਰਨਾ, ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ, ਤੇ ਉਹਨੂੰ ਕਰਨਾ ਪਾਈਪਾਂ ਦੇ ਥਰੂ ਧਰਤੀ ਦੇ ਹੇਠ ਭੇਜਣਾ ਤਾਂ ਕਿ ਹੋਰ ਜਿਹੜਾ ਗਰਾਊਂਡ ਵਾਟਰ ਬਣਿਆ ਰਹੇ। ਕਲੈਕਟਿੰਗ ਰੇਨ ਵਾਟਰ ਇਨ ਟੈਂਕਸ ਔਨ ਰੂਫਸ ਐਂਡ ਲੈਂਡਸ ਐਂਡ ਅਲਾਉਇੰਗ ਇਟ ਟੂ ਸੀਪ ਇਨਟੂ ਗਰਾਊਂਡ ਵਾਟਰ help to replenish groundwater. Rainwater harvested can be used in place of groundwater, thus reduce pressure on ground. ਹੁਣ ਕਦੀ ਕਦੀ ਜਿਹੜਾ ਆਪਾਂ ਮੰਨ ਲਓ ਜਿਹੜਾ ਮੀਂਹ ਦਾ ਪਾਣੀ ਇਕੱਠਾ ਕੀਤਾ, ਜਿਹੜੀ ਕੁਛ ਐਕਟੀਵਿਟੀ ਜਿਹੜਾ ਆਪਾਂ ਇੱਧਰ ਉੱਧਰ ਵਰਤਣਾ ਕਿਤੇ ਪਾਣੀ, ਤਾਂ ਉਹੀ ਪਾਣੀ ਵਰਤ ਲਈਏ, ਠੀਕ ਹੈ ਜੀ। ਉਹਨੂੰ ਇੰਸਟੈਡ ਆਫ ਗਰਾਊਂਡ ਵਾਟਰ, ਜਿਹਨਾਂ ਗਰਾਊਂਡ ਵਾਟਰ ਨੂੰ ਟਾਈਮ ਮਿਲ ਜਾਏਗਾ ਰੀਪਲੈਨਿਸ਼ ਹੋਣ ਵਾਸਤੇ। ਤੇ ਗਵਰਨਮੈਂਟ ਨੂੰ ਕਰਨੀਆਂ ਚਾਹੀਦੀਆਂ, ਕਾਨੂੰਨ ਬਣਾਉਣੇ ਚਾਹੀਦੇ ਆ, ਅਤੇ ਵੇਖਣਾ ਚਾਹੀਦਾ ਕਿ ਕਾਨੂੰਨ ਦੀ ਪਾਲਣਾ ਹੋਵੇ। ਗਵਰਨਮੈਂਟ ਸ਼ੁੱਡ ਇੰਪਲੀਮੈਂਟ ਇਫੈਕਟਿਵ ਗਰਾਊਂਡ ਵਾਟਰ ਲੈਜਿਸਲੇਸ਼ਨ ਐਂਡ ਰੈਗੂਲੇਸ਼ਨ ਫॉर ਵਾਟਰ ਸਿਕਿਉਰਿਟੀ, ਵਾਟਰ ਦੀ ਸਿਕਿਉਰਿਟੀ ਵਾਸਤੇ, ਐਂਡ ਟੇਕ ਹੈਲਪ ਆਫ ਐਕਸਟਰਨਲ ਏਜੰਸੀ ਇਫ ਰਿਕੁਆਇਰਡ। ਅਗਰ ਕਿ ਬਾਹਰ ਦੀ ਏਜੰਸੀ ਦੀ ਵੀ ਕੋਈ ਕਿ ਆਲੇ ਦੁਆਲੇ ਲੋਕਾਂ ਦੀ ਵੀ ਕੋਈ ਲੋੜ ਚਾਹੀਦੀ ਹੈ ਤਾਂ ਉਹਨਾਂ ਨੂੰ ਵੀ ਵਿੱਚ ਪਾਵੇ। Effective way to prevent water crisis is to integrate conservation and development activities from water extraction to water management. ਜਿਹੜੀ ਵੀ ਐਕਟੀਵਿਟੀ ਆਪਾਂ ਕਰਦੇ ਹਾਂ, ਜਦੋਂ ਪਾਣੀ ਕੱਢਦੇ ਹਾਂ ਅਤੇ ਪਾਣੀ ਦੀ ਵਰਤੋਂ ਵਿੱਚ ਜਿੰਨੀਆਂ ਵੀ ਐਕਟੀਵਿਟੀ ਹੁੰਦੀਆਂ ਉਹਨਾਂ ਨੂੰ ਤੇ ਖਾਸ ਕੀ ਕਰਿਆ ਕਰੇ, ਧਿਆਨ ਰੱਖਿਆ ਕਰੀਏ, ਚੰਗੀ ਤਰੀਕੇ ਉਹਨਾਂ ਦੀ ਵੇਖਿਆ ਇੰਪਲੀਮੈਂਟੇਸ਼ਨ ਹੁੰਦੀ ਤਾਂ ਕਿ ਵਾਟਰ ਦੀ ਕ੍ਰਾਈਸਿਸ ਨੂੰ ਘਟਾਇਆ ਜਾ ਸਕੇ, ਠੀਕ ਹੈ ਜੀ। ਠੀਕ ਹੈ ਬੇਟਾ ਜੀ। ਅਤੇ ਇਹ ਹੋ ਗਿਆ ਗਰਾਊਂਡ ਵਾਟਰ ਡਿਪਲੀਸ਼ਨ ਦਾ ਵੀ ਕੰਮ ਖਤਮ ਹੋ ਗਿਆ ਬੇਟਾ ਜੀ। ਅਤੇ ਹੁਣ ਤੁਹਾਨੂੰ ਮੈਂ ਅਗਲੇ ਲੈਕਚਰ 'ਚ ਮਿਲਦਾ ਵਾਂ ਡੀਫੋਰੈਸਟੇਸ਼ਨ ਦੇ ਨਾਲ। ਧੰਨਵਾਦ।